ਮਿਹਨਤ ਮਜ਼ਦੂਰੀ ਦੇ ਲਈ ਦੋ ਨੌਜਵਾਨ ਘਰੋਂ ਨਿਕਲੇ ਪਰ ਘਰ ਮੁੜ ਨਾ ਪਾਏ। ਦਰਅਸਲ ਕਿਤੇ ਉਹ ਦਿਹਾੜੀ ਲਗਾਉਣ ਗਏ ਹੋਏ ਸੀ। ਉਸ ਤੋਂ ਬਾਅਦ ਦੋਵੇਂ ਨੌਜਵਾਨ ਦਿਹਾੜੀ ਖਤਮ ਕਰਨ ਤੋਂ ਬਾਅਦ ਆਪਣੇ ਹੋਰ ਸਾਥੀਆਂ ਦੇ ਨਾਲ ਬਿਆਸ ਸਤਲੁਜ ਦਰਿਆ ਦੇ ਨੇੜੇ ਫੋਟੋਆਂ ਖਿੱਚਣ ਲੱਗ ਪਏ, ਹੱਸਣ ਖੇਡਣ ਲੱਗ ਪਏ, ਇੱਕ ਦੂਜੇ ਦੇ ਉੱਪਰ ਰੇਤਾ ਸੁੱਟ ਰਹੇ ਸੀ। ਇਸ ਦੌਰਾਨ ਦੋਵਾਂ ਨੌਜਵਾਨਾਂ ਨੇ ਸੋਚਿਆ ਕਿ ਚਲੋ ਬਿਆਸ ਨਹਿਰ ਦੇ ਵਿੱਚ ਦਰਿਆ ਦੇ ਵਿੱਚ ਨਹਾ ਲੈਂਦੇ ਆ। ਤਾਂ ਦੋਵੇਂ ਨੌਜਵਾਨ ਨਹਾ ਰਹੇ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਪਾਣੀ ਇੰਨਾ ਡੂੰਘਾ ਹੋਵੇਗਾ ਕਿ ਦੇਖਦੇ ਹੀ ਦੇਖਦੇ ਉਹ ਪਾਣੀ ਦੇ ਵਿੱਚ ਸਮਾ ਜਾਣਗੇ। ਇਹ ਦੁਖਦਾਈ ਖਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ, ਜਿੱਥੇ ਤਿਗਾਣਾ ਦੇ ਦੋ ਨੌਜਵਾਨ ਹਰਮਨਪ੍ਰੀਤ ਸਿੰਘ ਅਤੇ ਸਾਜਨ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ। ਦਰਅਸਲ ਦੋਵੇਂ ਨੌਜਵਾਨ ਦਿਹਾੜੀ ਖਤਮ ਕਰਨ ਤੋਂ ਬਾਅਦ ਫੋਟੋ ਖਿੱਚਣ ਦੇ ਲਈ ਬਿਆਸ ਸਤਲੁਜ ਦਰਿਆ ਦੇ ਨਜ਼ਦੀਕ ਗਏ, ਜਿਸ ਤੋਂ ਬਾਅਦ ਉਹ ਦੋਵੇਂ ਇੱਕ ਦੂਜੇ ਦੇ ਨਾਲ ਹਾਸਾ ਮਜ਼ਾਕ ਕਰਨ ਲੱਗ ਪਏ। ਹਾਸਾ ਮਜ਼ਾਕ ਇੰਨਾ ਭਾਰੀ ਪੈ ਗਿਆ ਕਿ ਚਾਚੇ ਦੇ ਦੇਖਦੇ ਹੀ ਦੇਖਦੇ ਉਸਦੇ ਦੋਵੇਂ ਭਤੀਜੇ ਪਾਣੀ ਦੇ ਵਿੱਚ ਸਮਾ ਗਏ। ਦੱਸ ਦਈਏ ਕਿ ਇਸ ਖਬਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਦੋਵਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਹਨਾਂ ਨੌਜਵਾਨਾਂ ਦੀ ਦਿਹਾੜੀ ਟੱਪੇ ਦੇ ਉੱਪਰ ਹੀ ਚੱਲ ਰਿਹਾ ਸੀ। ਤਾਂ ਹੁਣ ਪਰਿਵਾਰ ਦੇ ਕੋਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਰਿਹਾ। ਇਸ ਪਿੰਡ ਦੇ 6 ਤੋਂ 7 ਵਿਅਕਤੀ ਇੱਕ ਜਗ੍ਹਾ ਤੇ ਦਿਹਾੜੀ ਕਰਨ ਦੇ ਲਈ ਇਕੱਠੇ ਗਏ ਹੋਏ ਸੀ। ਨਾਲ ਮ੍ਰਿਤਕ ਨੌਜਵਾਨ ਹਰਮਨਪ੍ਰੀਤ ਦਾ ਚਾਚਾ ਵੀ ਮੌਜੂਦ ਸੀ। ਹਰਮਨਪ੍ਰੀਤ ਤੇ ਸਾਜਨ ਦੋਵੇਂ ਗਵਾਂਢੀ ਨੇ। ਦੋਵੇਂ ਨੌਜਵਾਨ ਬਿਆਸ ਸਤਲੁਜ ਦਰਿਆ ਦੇ ਕਿਨਾਰੇ ਇੱਕ ਦੂਸਰੇ ਦੇ ਨਾਲ ਮਜ਼ਾਕ ਕਰ ਰਹੇ ਸੀ। ਮਜ਼ਾਕ ਦੇ ਵਿੱਚ ਦੋਵੇਂ ਨੌਜਵਾਨਾਂ ਨੇ ਇੱਕ ਦੂਜੇ ਦੇ ਉੱਪਰ ਰੇਤਾ ਸੁੱਟਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋਵੇਂ ਨੌਜਵਾਨ ਬਿਆਸ ਸਤਲੁਜ ਦਰਿਆ ਦੇ ਵਿੱਚ ਨਹਾਉਣ ਲਈ ਚਲੇ ਗਏ। ਪਾਣੀ ਇੰਨਾ ਡੂੰਘਾ ਸੀ ਕਿ ਦੋਵੇਂ ਨੌਜਵਾਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਗਈ, ਜਿਸ ਤੋਂ ਬਾਅਦ ਉੱਥੇ ਮ੍ਰਿਤਕ ਹਰਮਨਪ੍ਰੀਤ ਦਾ ਚਾਚਾ ਮੌਜੂਦ ਸੀ, ਜਿਸਨੇ ਰੋਲਾ ਪਾਇਆ। ਤਾਂ ਪਿੰਡ ਦੇ ਲੋਕ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਜਾਲਾ ਲਗਾ ਕੇ ਦੋਵਾਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਦੋਵਾਂ ਮੁੰਡਿਆਂ ਦੀ ਮੌਤ ਹੋ ਗਈ ਸੀ। ਚਾਚਾ ਇੰਨਾ ਡਰ ਗਿਆ ਕਿ ਉਹ ਕੰਬਦਾ ਆਪਣੇ ਪਿੰਡ ਪਹੁੰਚਿਆ। ਪਿੰਡ ਜਾ ਕੇ ਭਰਾ ਤੇ ਭਰਜਾਈ ਨੂੰ ਇਸ ਦੁਖਦਾਈ ਖਬਰ ਤੋਂ ਜਾਣੂ ਕਰਵਾਇਆ, ਜਿਸ ਤੋਂ ਬਾਅਦ ਉਹ ਪਿੰਡ ਦੇ ਹੋਰ ਮੋਤਬਰ ਬੰਦਿਆਂ ਨੂੰ ਲੈ ਕੇ ਬਿਆਸ ਸਤਲੁਜ ਦਰਿਆ ਦੇ ਕਿਨਾਰੇ ਪਹੁੰਚਿਆ ਤੇ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ। ਦੋਵੇਂ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਘਰੋਂ ਤਾਂ ਚੰਗੇ ਭਲੇ ਦੋਵੇਂ ਨੌਜਵਾਨ ਦਿਹਾੜੀ ਲਗਾਉਣ ਗਏ ਸੀ, ਪਰ ਉਹਨਾਂ ਦੇ ਨਾਲ ਉੱਥੇ ਹਾਦਸਾ ਵਾਪਰ ਗਿਆ। ਹਾਲਾਂਕਿ ਮ੍ਰਿਤਕ ਦੇ ਭਰਾ ਸਾਜਨ ਦੇ ਭਰਾ ਨੇ ਇਹ ਵੀ ਕਿਹਾ ਕਿ ਦੋਵੇਂ ਨੌਜਵਾਨ ਕਾਫੀ ਖੁਸ਼ ਸੀ, ਕਿਉਂਕਿ ਦਿਹਾੜੀ ਖਤਮ ਹੋਣ ਤੋਂ ਬਾਅਦ ਦੋਵਾਂ ਨੂੰ ਅੱਜ ਦਿਹਾੜੀ ਦੇ ਪੈਸੇ ਮਿਲ ਜਾਣੇ ਸੀ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਭਰਾ ਦੇ ਨਾਲ ਅਜਿਹਾ ਕੁਝ ਹੋ ਜਾਵੇਗਾ। ਕੀ ਕੁਝ ਕਹਿਣਾ ਹੈ ਪਰਿਵਾਰਿਕ ਮੈਂਬਰਾਂ ਦਾ ਤੇ ਉੱਥੇ ਮੌਜੂਦ ਉਹ ਲੋਕ ਜਿਨ੍ਹਾਂ ਨੇ ਇਹ ਹਾਦਸਾ ਆਪਣੇ ਅੱਖੀ ਦੇਖਿਆ ਕਿ ਕਿਵੇਂ ਸਭ ਕੁਝ ਵਾਪਰਿਆ, ਕਿਵੇਂ ਹੱਸਦੇ ਖੇਡਦੇ ਮੁੰਡੇ ਪਾਣੀ ਦੇ ਵਿੱਚ ਜਾ ਵੜੇ ਤੇ ਫਿਰ ਡੁੱਬ ਗਏ। ਆਓ ਸੁਣਦੇ ਹਾਂ। ਉੱਥੇ ਜਵੈਣ ਵੱਢਣ ਗਏ ਸੀ ਤੇ ਜਵੈਣ ਵੱਢਦੇ ਦਿਨ ਜ਼ਿਆਦਾ ਲੱਗਾ ਕਾਰਨ ਇਹ ਨਹਾਉਣ ਚਲੇ ਗਏ ਦਰਿਆ ਤੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਡੁੱਬ ਜਾਵਾਂਗੇ। ਕਿਹੜੇ ਪਿੰਡ ਗਏ ਸੀ? ਕੜਕੇ ਗਏ ਸੀ, ਮਜ਼ਦੂਰੀ ਕਰਦੇ ਸੀ, ਕੰਬਾਈਨ ਦੇ ਨਾਲ ਲੇਬਰ ਕਰਦੇ ਸੀ। ਕਿੰਨੇ ਜਾਣੇ ਸੀ ਟੋਟਲ ਇਹ ਬੰਦੇ ਜਿਹੜੇ ਨਹਾਉਣ ਗਏ? ਇਹ 6 ਜਾਣੇ ਸੀ ਤੇ 2 ਇਹ ਚਲੇ ਗਏ ਉੱਥੇ ਦਰਿਆ ਦੇ ਵਿੱਚ ਤੇ ਦੂਜੇ ਜਿਹੜੇ ਸੀ ਉਹ ਤਾਂ ਪਾਸੇ ਸੀ। ਗੱਲ ਇਸ ਤਰ੍ਹਾਂ ਹੀ ਵੀ ਉੱਥੇ ਮਿਹਨਤ ਮਜ਼ਦੂਰੀ ਕਰਨ ਗਏ ਸੀ, ਦਿਨ ਦੇ ਬਹੁਤ ਲੱਗਾ ਹੋਇਆ ਸੀ, ਨਹਾਉਣ ਚਲ ਗਏ ਉੱਥੇ। ਇਹਨਾਂ ਨੂੰ ਪਤਾ ਨਹੀਂ ਸੀ ਵੀ ਉੱਥੇ ਵੀ ਉਹ ਡੂੰਘਾ ਥਾਂ। ਇਹ ਜਵੈਣ ਵੱਢਣ ਗਏ। ਕੰਬਾਈਨ ਕਮੂਨ ਤੇ? ਹਾਂਜੀ। ਤੇ ਕਦੋਂ ਤੋਂ ਬਾਹਰ ਰਹਿੰਦੇ ਇਸ ਤਰ੍ਹਾਂ? ਇਹ ਤਾਂ ਇਹਨਾਂ ਨੂੰ 2 ਮਹੀਨੇ ਹੋ ਗਏ ਇਹਨੂੰ। ਕੰਬਾਈਨ ਤੇ ਲੱਗੇ ਉਦੋਂ? ਹਾਂਜੀ। ਦਿਹਾੜੀ ਦੱਪਾ ਕਰਨ ਗਏ, ਜਵੈਣ ਵੱਢਦੇ ਸੀ ਇੱਧਰ ਘੜਕੇ। ਉੱਥੋਂ ਇਸ ਤਰ੍ਹਾਂ ਗਰਮੀ ਦਾ ਕਰਕੇ ਉੱਥੇ ਨਹਾਉਣ ਚਲ ਗਏ ਦਰਿਆ ਦੇ ਵਿੱਚ। ਇਹਨਾਂ ਨੂੰ ਨਹੀਂ ਪਤਾ ਵੀ ਉੱਥੇ ਪਾਣੀ ਡੂੰਘਾ ਕਿਸ ਤਰ੍ਹਾਂ, ਤੇ ਉੱਥੇ ਆਹ ਚਾਂਸ ਬਣ ਗਿਆ। ਇੱਕ ਦੂਜੇ ਨੂੰ ਫੜਾਉਣ ਦੇ ਵਿੱਚ ਇਹ ਦੋਵੇਂ ਡੁੱਬ ਗਏ। 2 ਘੰਟਿਆਂ ਬਾਅਦ ਲੱਭੇ। ਤੇ ਪਰਿਵਾਰ ਦੀ ਹਾਲਾਤ ਇਹਨਾਂ ਦੇ ਕਿਦਾਂ? ਪਰਿਵਾਰ ਦੀ ਹਾਲਾਤ ਬਹੁਤ ਖਰਾਬ ਹੈ ਜੀ, ਦੋਵੇਂ ਪਰਿਵਾਰਾਂ ਦਾ ਬਹੁਤ। ਹਾਂਜੀ, ਨਾਲ ਹੀ ਸੀਗੀ ਭਾਜੀ, ਰੋਟੀ ਖਾ ਕੇ ਘਰੋਂ ਤੁਰੇ ਸੀ ਤੇ ਪਹਿਲਾਂ ਪੈਲੀ ਵਾਹੁੰਦੇ ਰਹੇ ਜੀ ਘਰੇ। ਪੈਲੀ ਵਾਹ ਕੇ ਮੁੜ ਕੇ ਮੁੰਡਾ ਕਹਿੰਦਾ ਤੁਹਾਨੂੰ ਪੌਲ ਦਿਖਾ ਲਿਆਵਾਂ। ਹਾਂਜੀ, ਪੌਲ ਵੇਖਣ ਆਏ ਤੇ ਇਹ ਇੱਕ ਦੂਜੇ ਤੇ ਰੇਤਾ ਜੀ ਪਾਉਣ ਲੱਗ ਗਏ ਜੀ, ਇੱਕ ਦੂਜੇ ਖੇਡਦੇ ਉਹ ਮੁੜ ਕੇ ਨਹਾਉਣ ਲੱਗ ਗਏ ਜੀ ਦੋਵੇਂ ਜਾਣੇ। ਅੱਛਾ ਜੀ। ਹਾਂਜੀ, ਨਹਾਉਂਦੇ ਫਿਰ ਉਹ ਡੂੰਘਾ ਸੀ ਥਾਂ ਤੇ ਥੱਲੇ ਚਲੇ ਗਏ। ਇਹ ਤੁਹਾਨੂੰ ਪਤਾ ਲੱਗ ਗਿਆ ਮੌਕੇ ਤੇ? ਹਾਂਜੀ ਸੀ, ਉਹ ਇੱਕ ਮੁੰਡਾ ਹੋਰ ਸੀਗਾ ਜੀ ਇੱਥੋਂ ਦਾ ਪਿੰਡ ਦਾ,
ਹਾਂਜੀ ਇੱਥੇ ਸੀਗੇ ਤੇ ਉਹਨੂੰ ਆਵਾਜ਼ ਮਾਰੀ ਸੀ, ਉਹ ਮੁੜ ਕੇ ਸਾਡੇ ਵੜਦੇ ਫਿਰ ਥੱਲੇ ਚਲੇ ਗਏ, ਡੂੰਘਾ ਵਾਲਾ ਹੀ ਤਾਂ। ਤੇ ਫਿਰ ਕਿਸ ਤਰ੍ਹਾਂ ਕੱਢਿਆ ਨਹੀਂ ਡੈੱਡ ਬੋਡੀਆਂ ਨੂੰ? ਇਹਨਾਂ ਨੂੰ ਪਿੰਡ ਵਾਲੇ ਨੇ ਕੱਢਿਆ ਜੀ, ਇਹਨਾਂ ਨੇ ਜਾਲ ਦੱਸ ਦਈਏ ਕਿ ਜਾਣਕਾਰੀ ਮਿਲਣ ਤੋਂ ਬਾਅਦ ਉੱਥੇ ਪੁਲਿਸ ਪਹੁੰਚੀ। ਪੁਲਿਸ ਨੇ ਦੋਵਾਂ ਮ੍ਰਿਤਕ ਨੌਜਵਾਨਾਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ। ਐਸਐਚਓ ਕੁਲਵੰਤ ਸਿੰਘ ਥਾਣਾ ਚੌਲਾ ਸਾਹਿਬ ਨੇ ਜਾਣਕਾਰੀ ਦਿੰਦੇ ਕਿਹਾ ਕਿ ਮ੍ਰਿਤਕ ਨੌਜਵਾਨਾਂ ਦੀ ਲਾਸ਼ਾਂ ਨੂੰ ਮੋਰਚਰੀ ਦੇ ਵਿੱਚ ਰਖਵਾ ਕੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। ਬਾਕੀ ਜੋ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਕਹਿਣਗੇ ਉਸ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਜਾਵੇਗੀ। ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ, ਆਓ ਸੁਣਦੇ ਹਾਂ। ਇਹ ਦੋਨੇ ਨੌਜਵਾਨ ਸੀਗੇ, ਇਹ ਮਸ਼ੀਨ ਤੇ ਲੇਬਰ ਦਾ ਕੰਮ ਕਰਦੇ ਸੀਗੇ। ਠੀਕ ਹੈ ਜੀ। ਇਹ ਜਵੈਨ ਵੱਢਦੇ ਪੱਖੋਪੁਰ ਦੀ ਮਸ਼ੀਨ ਸੀਗੀ, ਉੱਤੇ ਇਹ ਸੇਜਨ ਸੁਜਨ ਲਾ ਕੇ ਆਏ ਸੀ ਫਤਿਆਬਾਦ ਵੱਲ। ਅੱਛਾ ਜੀ। ਅੱਜ ਇਹ ਨਾ ਕਹਿੰਦੇ ਚੱਲ ਸੁਲਤਾਨਪੁਰ ਮੱਥਾ ਟੇਕਦੇ ਨੇ ਤੇ ਰਾਜ ਖੜਕੇ ਵਾਲਾ ਪੁੱਲ ਕਹਿੰਦੇ ਚੱਲ ਵੇਖਣ ਚੱਲਦੇ ਆ। ਅੱਛਾ ਜੀ। ਪੁੱਲ ਤੇ ਦੇਖ ਕੇ ਤੇ ਉੱਥੇ ਇਹ ਫੋਟੋ ਖਿੱਚਣ ਲੱਗੇ। ਫੋਟੋ ਖਿੱਚਦੇ ਦਰਿਆ ਦੇ ਪਾਣੀ 'ਚ ਵੜ ਗਏ ਤੇ ਉੱਥੇ ਪਾਣੀ ਡੂੰਘਾ ਸੀਗਾ, ਜਿੱਥੇ ਇਹਨਾਂ ਦੀ ਡੈਥ ਹੋ ਗਈ। ਤੇ ਲਾਸ਼ਾਂ ਬਰਾਮਦ ਹੋ ਗਈਆਂ? ਲਾਸ਼ਾਂ ਬਰਾਮਦ ਹੋ ਗਈਆਂ ਦੋਨੇ, ਚਾਚੇ ਬਾਬੇ ਦੇ ਮੁੰਡੇ ਇਹ ਦੋਨੇ। ਦੱਸ ਦਈਏ ਕਿ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਪੰਜਾਬ ਦੇ ਵਿੱਚੋਂ ਵੱਖ-ਵੱਖ ਦਰਿਆਵਾਂ ਨਹਿਰਾਂ ਤੋਂ ਸਾਹਮਣੇ ਆ ਚੁੱਕੇ ਨੇ। ਚਾਹੇ ਉੱਥੇ ਕੋਈ ਗੱਡੀ ਹਾਦਸਾਗ੍ਰਸਤ ਹੋਈ ਹੋਵੇ ਜਾਂ ਫਿਰ ਨੌਜਵਾਨ ਇਸ ਤਰੀਕੇ ਨਾਲ ਨਹਾਣ ਗਏ ਹੋਣ, ਸਕੂਲੀ ਬੱਚੇ ਨਹਾਣ ਗਏ ਹੋਣ, ਤਾਂ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਨਹਿਰ ਜਾਂ ਦਰਿਆ ਦੇ ਕੰਢੇ ਨਹਾਣ ਗਏ ਜਾਂ ਫਿਰ ਖੇਡ ਰਹੇ ਬੱਚੇ ਇਸ ਤਰੀਕੇ ਦੇ ਨਾਲ ਰੁੜ ਗਏ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਸਖਤ ਹਦਾਇਤਾਂ ਮਾਪਿਆਂ ਨੂੰ ਵੀ ਕਈ ਵਾਰ ਦਿੱਤੀਆਂ ਜਾਂਦੀਆਂ ਨੇ ਕਿ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਥੋੜਾ ਠੱਲ ਪਾਈ ਜਾਵੇ ਕਿ ਉਹ ਅਜਿਹੀਆਂ ਜਗ੍ਹਾਵਾਂ ਤੇ ਜਾ ਕੇ ਕੋਈ ਵੀ ਮਸਤੀ ਨਾ ਕਰਨ। ਪਰ ਫਿਰ ਵੀ ਬਹੁਤ ਸਾਰੇ ਅਜਿਹੇ ਹਾਦਸੇ ਕੁਝ ਬੀਤੇ ਦਿਨਾਂ ਤੋਂ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਨੇ। ਲੰਘਦੇ ਸਮੇਂ ਤੋਂ ਅਜਿਹੇ ਬਹੁਤ ਸਾਰੇ ਦਰਦਨਾਕ ਹਾਦਸੇ ਸਾਹਮਣੇ ਆਏ ਨੇ ਜਿੱਥੇ ਪਾਣੀ ਦੇ ਵਿੱਚ ਡੁੱਬਣ ਨਾਲ ਬਹੁਤ ਸਾਰੇ ਨੌਜਵਾਨਾਂ ਦੀ, ਬਹੁਤ ਸਾਰੇ ਬੱਚਿਆਂ ਦੀ ਮੌਤ ਹੋਈ ਹੈ। ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਤੇ ਪਰਿਵਾਰ ਦੇ ਕੋਲ ਰੋਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਬਚਦਾ। ਹਾਲਾਂਕਿ ਪਹਿਲਾਂ ਹੀ ਨੌਜਵਾਨਾਂ ਨੂੰ ਅਜਿਹਾ ਕੁਝ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਜਾਨ ਨੂੰ ਖੁਦ ਖਤਰੇ ਦੇ ਵਿੱਚ ਪਾ ਰਹੇ ਨੇ, ਖੁਦ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ, ਕਿਉਂਕਿ ਬਾਹਰ ਤੋਂ ਕਦੇ ਵੀ ਨਹਿਰ ਜਾਂ ਦਰਿਆ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਹਮੇਸ਼ਾ ਜਦੋਂ ਉਸ ਦੇ ਵਿੱਚ ਉਤਰਦੇ ਆ ਫਿਰ ਹੀ ਡੂੰਘਾਈ ਦਾ ਅੰਦਾਜ਼ਾ ਲੱਗਦਾ ਹੈ। ਅਜਿਹਾ ਹੀ ਕੁਝ ਇਹਨਾਂ ਨੌਜਵਾਨਾਂ ਦੇ ਨਾਲ ਹੋਇਆ ਜਿਨ੍ਹਾਂ ਨੂੰ ਸ਼ਾਇਦ ਦਰਿਆ ਦੇ ਵਿੱਚ ਉਤਰਨ ਤੋਂ ਪਹਿਲਾਂ, ਦਰਿਆ ਦੇ ਵਿੱਚ ਨਹਾਣ ਜਾਣ ਤੋਂ ਪਹਿਲਾਂ ਡੂੰਘਾਈ ਦਾ ਅੰਦਾਜ਼ਾ ਨਹੀਂ ਸੀ। ਪਰ ਜਦੋਂ ਡੁੱਬ ਗਏ, ਚਾਚੇ ਨੇ ਕਾਫੀ ਹੱਥ ਪੈਰ ਮਾਰੇ, ਚੀਕਾਂ ਮਾਰੀਆਂ, ਚਾਚੇ ਨੇ ਉੱਥੇ ਲੋਕਾਂ ਨੂੰ ਇਕੱਠੇ ਕੀਤਾ, ਪਰ ਫਿਰ ਵੀ ਆਪਣੇ ਭਤੀਜਿਆਂ ਦੀ ਜਾਨ ਚਾਚਾ ਨਹੀਂ ਬਚਾ ਸਕਿਆ। ਇਹ ਵੀ ਦੱਸ ਦਈਏ ਕਿ ਚਾਚੇ ਦੇ ਸਾਹਮਣੇ ਜਦੋਂ ਇਹ ਸਭ ਕੁਝ ਹੋਇਆ ਤਾਂ ਚਾਚਾ ਇਸ ਤਰੀਕੇ ਦੇ ਨਾਲ ਸਦਮੇ 'ਚ ਹੈ ਮ੍ਰਿਤਕ ਨੌਜਵਾਨਾਂ ਦਾ ਕਿ ਉਹ ਆਪਣੇ ਆਪ ਦੇ ਵਿੱਚ ਗਲਤੀ ਮਹਿਸੂਸ ਕਰ ਰਿਹਾ ਕਿ ਉਸਨੇ ਕਿਉਂ ਦੋਵਾਂ ਨੌਜਵਾਨਾਂ ਨੂੰ ਦਰਿਆ ਦੇ ਵਿੱਚ ਜਾ ਕੇ ਨਹਾਣ ਦਿੱਤਾ। ਅਸਲ ਵਿੱਚ ਗਰਮੀ ਮਹਿਸੂਸ ਕਰ ਰਹੇ ਸੀ ਨੌਜਵਾਨ, ਕਿਉਂਕਿ ਇੱਕ ਦੂਜੇ ਦੇ ਉੱਪਰ ਰੇਤਾ ਵੀ ਸੁੱਟ ਰਹੇ ਸੀ ਤਾਂ ਖੁਦ ਨੂੰ ਗੰਦਾ ਤੇ ਗਰਮੀ ਵਾਲਾ ਜਿਹੜਾ ਹੈ ਮਹਿਸੂਸ ਕਰ ਰਹੇ ਸੀ, ਜਿਸ ਤੋਂ ਬਾਅਦ ਦੋਵੇਂ ਨੌਜਵਾਨ ਹੈ ਦਰਿਆ ਦੇ ਵਿੱਚ ਉਤਰੇ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਕਿ ਫੋਟੋਜ਼ ਵੀ ਖਿੱਚ ਰਹੇ ਸੀ ਉੱਥੇ ਦੋਵੇਂ ਨੌਜਵਾਨ, ਕਿਉਂਕਿ ਕਾਫੀ ਖੁਸ਼ ਸੀ। ਦਿਹਾੜੀ ਤੋਂ 4 ਦਿਨ ਬਾਅਦ ਪਰਤ ਰਹੇ ਸੀ, ਘਰ ਦੇ ਵਿੱਚ ਪੈਸੇ ਲੈ ਕੇ ਜਾਣੇ ਸੀ, ਪਰ ਪੈਸੇ ਦੀ ਥਾਂ ਦੋਵਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਘਰ ਦੇ ਵਿੱਚ ਪਹੁੰਚੀਆਂ ਤਾਂ ਦੋਵਾਂ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀ, ਸਥਾਨਕ ਪ੍ਰਸ਼ਾਸਨ ਹੈ ਜਿਹੜਾ ਉਹ ਦੋਵੇਂ ਗਰੀਬ ਪਰਿਵਾਰਾਂ ਦੀ ਮਦਦ ਕਿਵੇਂ ਕਰਦਾ ਹੈ। ਹੋਰ ਖਬਰਾਂ ਤੇ ਜਾਣਕਾਰੀਆਂ ਦੇ ਲਈ ਸਾਡੇ ਨਾਲ ਬਣੇ ਰਹੋ, ਦੇਖਦੇ ਰਹੋ ਹਮਦਰਦ ਟੀਵੀ। ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।